सत श्री अकाल सारिਆਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਕਿਸਾਨੀ ਮੁੱਦਾ ਕਿਵੇਂ ਭਖਿਆ ਪਿਆ ਵਾ, ਮੂਵਮੈਂਟ ਆਪਣੇ ਚਰਨ ਸੀਮਾ ਤੇ ਆ। ਇਹੋ ਜਿਹੇ ਟਾਈਮ ਦੇ ਵਿੱਚ ਕਦੀ ਵਾਰ ਕੋਈ ਹੋਰ ਵੀਡੀਓ ਪਾਣੀ ਜਾਂ ਕਿਸੇ ਹੋਰ ਮੁੱਦਿਆਂ ਤੇ ਗੱਲ ਕਰਨਾ, ਉਹ ਆਪਣੇ ਆਪ ਨੂੰ ਵੀ ਬੜਾ ਮਹਿਸੂਸ ਹੁੰਦਾ ਵਾ ਵੀ ਇੰਨੇ ਕਰੂਸ਼ਲ ਟਾਈਮ ਦੇ ਵਿੱਚ ਆਪਾਂ ਧਿਆਨ ਕਿਸੇ ਹੋਰ ਪਾਸੇ ਨੂੰ ਤਾਂ ਨਹੀਂ ਲੈ ਕੇ ਜਾ ਰਹੇ। ਲੇਕਿਨ ਅੱਜ ਜ਼ਰੂਰੀ ਸੀ ਇੱਕ ਗੱਲ ਕਰਨੀ ਆ। ਵੇਖੋ ਪਿੱਛੇ ਇੱਧਰ ਨੂੰ ਵਿਧਾਨ ਸਭਾ ਸੈਕਟਰੀਏਟ ਆ, ਇੱਧਰ ਨੂੰ ਹਾਈ ਕੋਰਟ ਆ ਬੜੇ ਅਹਿਮ ਹਿੱਸੇ ਆ ਜਿਨ੍ਹਾਂ ਦੇ ਉੱਤੇ ਸਟੇਟ ਖੜੀ ਹੁੰਦੀ ਆ। ਔਰ ਤੁਸੀਂ ਵੇਖੋਗੇ ਇਸ ਕਰਕੇ ਇੱਥੇ ਅੱਜ ਆ ਕੇ ਮੈਂ ਬੋਲ ਰਿਹਾ ਵਾਂ ਜਾਂ ਇਸ ਕਰਕੇ ਗੱਲ ਕਰ ਰਿਹਾ ਜਾਂ ਇਸ ਕਰਕੇ ਜਵਾਬ ਦੇਣਾ ਪੈ ਰਿਹਾ ਵੀ ਕੱਲ੍ਹ ਦੀ ਜਿਹੜੀ ਘਟਨਾ ਸੀ, ਸੁਖਬੀਰ ਬਾਦਲ ਜੀ ਜਿਵੇਂ ਬੋਲ ਕੇ ਗਏ ਉੱਥੇ ਔਰ ਜਿਸ ਤਰੀਕੇ ਦਾ ਪ੍ਰਚਾਰ ਕਰ ਰਹੇ ਆ, ਜਿਸ ਤਰੀਕੇ ਦੀ ਭਾਸ਼ਣਬਾਜ਼ੀ ਕਰ ਰਹੇ ਆ, ਕੱਲ੍ਹ ਰਾਜਾ ਵੜਿੰਗ ਜੀ ਵੀ ਉਹਨਾਂ ਨੂੰ ਪੂਰਾ ਆੜੇ ਹੱਥ ਲਿੱਤਾ ਔਰ ਉਹਦਾ ਜਵਾਬ ਦਿੱਤਾ ਉਹਨਾਂ ਨੇ ਕੱਲੀ ਗੱਲ ਦਾ। ਮੈਂ ਇਸ ਕਰਕੇ ਅੱਜ ਇੱਥੇ ਖੜਾ। ਵਿਧਾਨ ਸਭਾ ਦੇ ਵਿੱਚ ਵੀ ਜਿਵੇਂ ਤੁਸੀਂ ਵੇਖਿਆ ਹਾਈ ਕੋਰਟ ਦੇ ਵਿੱਚ ਜੱਜ ਬਹਿੰਦੇ ਆ, ਕਿੱਡਾ ਸਲੀਕਾ ਹੁੰਦਾ ਗੱਲ ਕਰਨ ਦਾ। ਤੁਸੀਂ ਸੈਕਟਰੀਏਟ 'ਚ ਵੇਖੋ ਅਫਸਰ ਬਹਿੰਦੇ ਆ, ਟੌਪ ਮੋਸਟ ਚੀਫ ਸੈਕਟਰੀ ਤੋਂ ਲੈ ਕੇ ਸੈਕਟਰੀ ਲੈ ਕੇ, ਕਿੱਡਾ ਸਲੀਕਾ ਹੁੰਦਾ ਗੱਲ ਕਰਨ ਦਾ। ਔਰ ਇਹਨਾਂ ਸਾਰਿਆਂ ਦਾ ਹੈੱਡ, ਹਾਈ ਕੋਰਟ ਇੱਕ ਵੱਖਰੀ ਫਰਮ ਆ ਲੇਕਿਨ ਇਹਨਾਂ ਦੇ ਸਾਰਿਆਂ ਦਾ ਇੱਕ ਹੈੱਡ ਸਟੇਟ ਹੈੱਡ ਹੁੰਦਾ ਵਾ ਚੀਫ ਮਿਨਿਸਟਰ ਪੰਜਾਬ। ਉਹਦਾ ਸਲੀਕਾ ਵੇਖੋ ਗੱਲ ਕਰਨ ਦਾ, ਕੈਪਟਨ ਸਾਹਿਬ ਦਾ ਸਲੀਕਾ ਵੇਖੋ ਗੱਲ ਕਰਨ ਦਾ। ਲੇਕਿਨ ਸੁਖਬੀਰ ਬਾਦਲ ਜਿਹੜਾ ਕਹਿੰਦਾ ਮੈਂ ਮੁੱਖ ਮੰਤਰੀ ਬਣਨਾ, ਉਹਦਾ ਸਲੀਕਾ ਵੇਖਿਆ ਤੁਸੀਂ ਗੱਲ ਕਰਨ ਦਾ। ਜਦੋਂ ਪੰਜਾਬ ਦੇ ਵਿੱਚ ਅੱਗ ਲੱਗੀ ਹੋਵੇ, ਕਿਸਾਨ ਸੜਕਾਂ ਤੇ ਹੋਵੇ, ਆਪਣਾ ਕਹਿੰਦੇ ਸਾਰੇ ਪਾਸੇ ਉਧਰ ਪਾਰਲੀਮੈਂਟ 'ਚ ਡਿਬੇਟ ਹੋ ਰਹੀ ਹੋਵੇ ਤੇ ਸੁਖਬੀਰ ਬਾਦਲ ਮਿਊਨਿਸਪਲ ਕਮੇਟੀਆਂ ਦੇ ਕਾਗਜ਼ ਭਰਾਂਦਾ ਹੋਵੇ ਔਰ ਇਹ ਗੱਲਾਂ ਕਰਦਾ ਹੋਵੇ ਮੇਰੇ ਵਰਕਰਾਂ ਨਾਲ ਧੱਕਾ ਹੋ ਰਿਹਾ। ਤੈਨੂੰ ਕਿਸਾਨਾਂ ਦੇ ਧੱਕਾ ਬਾਰੇ ਨਹੀਂ ਵੇਖਿਆ ਕਦੀ? ਤੂੰ ਉੱਥੇ ਜਾ ਕੇ ਤਾਂ ਕਦੀ ਖੜਿਆ ਨਹੀਂ ਕਿਸਾਨਾਂ ਦੇ ਨਾਲ ਜਿਨ੍ਹਾਂ ਨਾਲ ਧੱਕਾ ਹੋਇਆ, ਜਿਨ੍ਹਾਂ ਤੇ ਡਾਂਗਾ ਵਰੀਆਂ। ਉੱਥੇ ਜਾ ਕੇ ਮਿਊਨਿਸਪਲ ਕਮੇਟੀ ਦੇ ਦਫ਼ਤਰਾਂ ਦੇ ਵਿੱਚ ਮਿਊਨਿਸਪਲ ਕਮੇਟੀ ਦੀ ਚੋਣਾਂ ਤੇ ਤੈਨੂੰ ਇੰਨੀਆਂ ਇੰਪੋਰਟੈਂਟ ਲੱਗ ਗਈਆਂ ਵੀ ਕਿਸਾਨੀ ਬਿੱਲ, ਕਿਸਾਨੀ ਸਾਰਾ ਕੁਝ ਪਾਰਲੀਮੈਂਟ 'ਚ ਜਿੱਥੇ ਬੋਲਣ ਦੀ ਵਾਰੀ ਸੀ ਉੱਥੇ ਤਾਂ ਤੂੰ ਬੋਲਿਆ ਨਹੀਂ, ਉੱਥੇ ਤਾਂ ਤੇਰੀ ਆਵਾਜ਼ ਨਾ ਨਿਕਲੀ। ਮੈਂ ਇਸ ਕਰਕੇ ਬੇਨਤੀ ਕਰਦਾ ਸੁਖਬੀਰ ਜੀ, ਤੁਸੀਂ ਬੜੇ ਸਤਿਕਾਰਯੋਗ ਹੋ, ਤੁਸੀਂ ਮੁੱਖ ਮੰਤਰੀ ਪੰਜਾਬ ਬਣਨ ਦੇ ਸੁਪਨੇ ਲੈਂਦੇ ਹੋ ਕਿ ਇਸ ਭਾਸ਼ਾ ਨਾਲ, ਕਿ ਇਸ ਸਲੀਕੇ ਨਾਲ, ਕਿ ਇਸ ਸੋਚ ਨਾਲ ਨੌਜਵਾਨਾਂ ਨੂੰ ਸੋਚਣਾ ਪੈਣਾ ਕਿ ਆਪਾਂ ਇਹਨਾਂ ਨੂੰ ਮੁੱਖ ਮੰਤਰੀ ਬਣਾ ਦਈਏ। ਜਿਹੜਾ ਕਹਿੰਦਾ ਲਾਲ ਡਾਇਰੀਆਂ ਲਾ ਲਈਆਂ, ਲਾਲ ਡਾਇਰੀਆਂ ਕਦੀ ਮੁੱਖ ਮੰਤਰੀ ਲਾਉਂਦੇ ਹੁੰਦੇ ਆ? ਕਦੀ ਆਪਣਾ ਕੀ ਕਹਿੰਦੇ ਇਹ ਤਰੀਕੇ ਮੈਂ ਡੀਐਸਪੀ ਡਿਸਮਿਸ ਕਰ ਦੂੰ, ਮੈਂ ਐਸਡੀਐਮ ਡਿਸਮਿਸ ਕਰ ਦੂੰਗਾ, ਇਹ ਤਰੀਕੇ ਮੁੱਖ ਮੰਤਰੀਆਂ ਦੇ ਹੁੰਦੇ ਗੱਲ ਕਰਨ ਦੇ? ਇਹ ਤਰੀਕੇ ਭਾਵੀ ਮੁੱਖ ਮੰਤਰੀ ਤੁਸੀਂ ਆਪਣੇ ਆਪ ਨੂੰ ਸਰਕਾਰ ਲਿਆਂਦੇ। ਸਰਕਾਰ ਤਾਂ ਪਤਾ ਨਹੀਂ ਆਣੀ ਨਹੀਂ ਆਣੀ, 7 ਮਹੀਨੇ ਤਾਂ ਬਹੁਤ ਲੰਮਾ ਟਾਈਮ ਆ। ਸਰਕਾਰ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਆ, ਉਹਨਾਂ ਦਾ ਸਲੀਕਾ ਵੀ ਵੇਖ ਲਓ। ਤੁਹਾਡੇ ਉੱਤੇ ਅੱਜ ਤੱਕ ਤਸ਼ੱਦਦ ਨਹੀਂ ਕਰ ਰਹੇ ਔਰ ਅਸੀਂ ਮਹਿਸੂਸ ਕਰਦੇ ਹਾਂ ਤੁਹਾਨੂੰ ਢਿੱਲ ਛੱਡਦੇ ਆ। ਲੇਕਿਨ ਉਹਨਾਂ ਦਾ ਸਟਾਈਲ ਆ, ਉਹਨਾਂ ਦਾ ਤਰੀਕਾ ਵਾ, ਕਿਉਂਕਿ ਉਹ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠੇ ਆ। ਉਹ ਇਕੱਲੇ ਕਾਂਗਰਸ ਵਰਕਰਾਂ ਦਾ ਨਹੀਂ ਸੋਚਦੇ, ਉਹ ਸਟੇਟ ਦਾ ਸੋਚਦੇ ਆ। ਕਿਉਂ ਨਹੀਂ ਤੁਸੀਂ ਇਸ ਗੱਲਾਂ ਨੂੰ ਸਮਝਦੇ? ਕੱਲ ਰਾਜਾ ਵੜਿੰਗ ਨੇ ਲਿੱਤਾ ਇਹਨਾਂ ਨੂੰ ਆੜੇ ਹੱਥ। ਕੌਣ ਆ ਰਾਜਾ ਵੜਿੰਗ? ਰਾਜਾ ਵੜਿੰਗ ਉਹ ਪੋਤਾ ਜਿਹੜਾ ਹਿੰਦੁਸਤਾਨ 'ਚ IYC ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਔਰ ਕੇਰਲਾ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਉਹਨੂੰ ਸਾਰੇ ਜਾਣਦੇ ਆ। ਆਪਾਂ ਉਹਦਾ ਮੁੱਲ ਪਾਈਏ ਨਾ ਪਾਈਏ, ਆਪਾਂ ਉਹਨੂੰ ਸਮਝੀਏ ਨਾ ਸਮਝੀਏ ਸੁਖਬੀਰ ਜੀ, ਲੇਕਿਨ ਉਸ ਬੰਦੇ ਨੇ ਦੇਸ਼ ਦੇ ਵਿੱਚ ਹਰ ਕੋਨੇ 'ਚ ਜਾ ਕੇ ਇੱਕ ਲੀਡਰਸ਼ਿਪ ਔਰ ਇੱਕ ਸੋਚ ਨੂੰ ਕਾਇਮ ਕੀਤਾ। ਤੁਹਾਡੀ ਕੀ ਪਛਾਣ ਆ? ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ, ਹਜ਼ਾਰਾਂ ਕਿੱਲਿਆਂ ਦੇ ਮਾਲਕ, ਔਰ ਤੁਸੀਂ ਅੱਜ ਇਹ ਗੱਲਾਂ ਕਰਦੇ ਪਏ ਹੋ ਮੁੱਖ ਮੰਤਰੀ ਬਣਨ ਦੀਆਂ, ਸਰਕਾਰ ਲਿਆਉਣ ਦੀਆਂ। ਔਰ ਕਿਹਦੇ ਉਲਟ? ਰਾਜੇ ਵੜਿੰਗ ਦੇ ਉਲਟ। ਹਾਲੇ ਸਾਡੇ ਵੀ ਪ੍ਰਧਾਨ ਆ ਸੁਨੀਲ ਜਾਖੜ ਜੀ, ਕਿਤੇ ਵੇਖਿਆ ਕਿਤੇ ਜਾ ਕੇ ਕਦੀ ਕਾਗਜ਼ ਭਰਾਉਂਦੇ ਪਏ ਆ ਜਾਂ ਕਿਤੇ ਉਸ ਭਾਸ਼ਾ ਦਾ ਉਪਯੋਗ ਕਰਦੇ ਆ ਜਿਹੜੀ ਤੁਸੀਂ ਕਰਦੇ ਹੋ? ਇਹ ਲੋਕਾਂ ਨੂੰ ਸੋਚਣਾ ਪੈਣਾ। ਇਹ ਪਾਰਟੀਆਂ ਦਾ ਫਰਕ ਆ, ਇਹ ਲੋਕਾਂ ਦੀ ਸੋਚ ਆ। ਰਾਜਾ ਵੜਿੰਗ ਤਾਂ ਆੜੇ ਹੱਥ ਲਊਗਾ, ਨੌਜਵਾਨ ਆ, ਉਹਦਾ ਖੂਨ ਖੋਲਦਾ ਜਦੋਂ ਤੁਸੀਂ ਜਾ ਕੇ ਉਹਦੇ ਵਰਕਰਾਂ ਦੇ ਅੱਗੇ ਲਲਕਾਰੇ ਮਾਰਦੇ ਹੋ, ਡਰਾਮੇ ਕਰਦੇ ਹੋ। ਰਵਿੰਦਰ ਆਵਲਾ ਜੀ ਦੇ ਜਾ ਕੇ ਤੁਸੀਂ ਗੁੰਡਾਗਰਦੀ ਕੀਤੀ। ਤੁਸੀਂ ਹਰ ਪਾਸੇ ਜਾ ਕੇ ਪੰਜਾਬ ਦੇ ਵਿੱਚ 2000 ਜਗ੍ਹਾ ਦੇ ਉੱਤੇ ਇਲੈਕਸ਼ਨ ਹੋ ਰਹੀ ਆ, 2000 ਜਗ੍ਹਾ ਦੇ ਉੱਤੇ। ਕੀ ਉੱਥੇ ਕਿੰਨੇ ਕੁ ਜਗ੍ਹਾ ਕਾਗਜ਼ ਕੈਂਸਲ ਹੋ ਗਏ? ਸਾਡੇ ਰੋਪੜ ਆਓ, ਮੋਹਾਲੀ ਆਓ, ਆਪਣਾ ਕੀ ਕਹਿੰਦੇ ਮਾਲਵੇ 'ਚ ਜਾਓ। ਐਵੇਂ ਆਪਾਂ ਇੱਕ ਮੁੱਦੇ ਨੂੰ ਬਣਾ ਕੇ ਇਹੋ ਜਿਹੀ ਭਾਸ਼ਾ ਦਾ ਵਰਤਣਾ, ਇਹ ਕਿਹੜੇ ਪਾਸੇ ਦੀ ਰਾਜਨੀਤੀ ਆ? ਔਰ ਉਹ ਵੀ ਇਸ ਟਾਈਮ ਦੇ ਵਿੱਚ ਜਦੋਂ ਕਿਸਾਨੀ ਮੁੱਦਾ ਭਖ ਰਿਹਾ ਹੋਵੇ। ਆਪਾਂ ਨੂੰ ਸੋਚਣਾ ਪੈਣਾ। ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕਰਦਾ, ਅੱਜ ਉਹਨਾਂ ਦੇ ਦਿੱਤੇ ਹੋਏ ਇਸ਼ਾਰਿਆਂ ਤੇ ਅਕਾਲੀ ਦਲ ਦਾ ਯੂਥ ਵਿੰਗ ਔਰ ਅਕਾਲੀ ਦਲ ਦੇ ਲੀਡਰ ਬੋਲਣ ਲੱਗ ਪਏ ਆ। ਇਹ ਟਕਰਾਰਬਾਜ਼ੀ ਇਸ ਟਾਈਮ ਦੇ ਵਿੱਚ ਚਾਹੀਦੀ ਆ, ਇਹ ਭਾਸ਼ਣਬਾਜ਼ੀ ਇਸ ਟਾਈਮ ਦੇ ਵਿੱਚ ਚਾਹੀਦੀ ਆ, ਇਹ ਸੋਚ ਹੋਣੀ ਚਾਹੀਦੀ ਆ ਨੌਜਵਾਨਾਂ ਦੀ। ਅਸੀਂ ਕਿਹੜੇ ਪਾਸੇ ਆਪਣੇ ਨੌਜਵਾਨ ਯੂਥ ਵਿੰਗਾਂ ਨੂੰ ਪਾ ਰਹੇ ਹਾਂ? ਮੈਂ ਆਪਣੇ ਯੂਥ ਵਿੰਗ ਨੂੰ ਅਪੀਲ ਕਰਦਾ, ਇਹਨਾਂ ਦੀ ਭਾਸ਼ਣਬਾਜ਼ੀ ਦਾ ਅਪੀਲ ਨਾ ਦਈਏ। ਰਾਜਾ ਵੜਿੰਗ ਇਕੱਲਾ ਹੀ ਬਹੁਤ ਆ ਇਹਨਾਂ ਨੂੰ ਡੱਕਣ ਨੂੰ। ਉਹਨੇ ਇਕੱਲੇ ਨੇ ਇਹਨਾਂ ਨੂੰ ਭਾਜੜਾ ਪਾਤੀਆਂ, ਕਿਵੇਂ ਮਿਰਚਾਂ ਲੜੀਆਂ ਔਰ ਹੁਣ ਭਾਜੜਾ ਪਈਆਂ ਹੋਈਆਂ। ਕਿਉਂ ਛੇੜਦੇ ਜੇ ਭੁੰਡਾਂ ਦੀ ਖੱਖਰ ਨੂੰ? ਤੁਹਾਨੂੰ ਨਹੀਂ ਪਤਾ ਵੀ ਅਗਲਾ ਕਿਸ ਤਰ੍ਹਾਂ ਤੱਕ ਅੱਕਿਆ ਪਿਆ? ਉਹ ਬਿਲਕੁਲ ਠੀਕ ਕਹਿ ਰਹੇ ਸੀ
ਕਮਜ਼ੋਰ ਨੂੰ ਕਮਜ਼ੋਰ ਇੰਨਾ ਨਾ ਸਮਝੋ ਸਾਨੂੰ ਵੀ ਰਾਜਾ ਵੜਿੰਗ ਕੱਲਾ। ਮੈਂ ਬਾਈ ਜੀ ਰਾਜਾ ਵੜਿੰਗ ਜੀ ਨੂੰ ਵੀ ਅਪੀਲ ਕਰਦਾ, ਬਾਈ 14 ਤਰੀਕ ਨੂੰ ਤੂੰ ਗੱਲ ਕਰਦਾ, ਸਾਡਾ ਯੂਥ ਵਿੰਗ ਤੇਰੇ ਨਾਲ ਚੱਲੂਗਾ, ਸਾਰੀ ਯੂਥ ਕਾਂਗਰਸ ਤੇਰੇ ਨਾਲ ਚੱਲੂਗੀ। ਔਰ ਲੇਕਿਨ ਆਪਾਂ ਇਹਨਾਂ ਦੇ ਦਿੱਤੇ ਹੋਏ ਅਸੂਲਾਂ ਔਰ ਇਹਨਾਂ ਦੀ ਦਿੱਤੀਆਂ ਹੋਈਆਂ ਹਰਕਤਾਂ ਤੇ ਆਪਾਂ ਉਤਰ ਆਏ ਤੇ ਆਪਾਂ ਇਹਨਾਂ 'ਚ ਕੋਈ ਫਰਕ ਨਹੀਂ ਰਹਿਣਾ। ਇਹ ਹੱਥ ਪਾਣ ਤੇ ਉਹਦਾ ਜਵਾਬ ਜ਼ਰੂਰ ਦੇਵਾਂਗੇ, ਲੇਕਿਨ ਆਪਾਂ ਪਹਿਲ ਨਾ ਕਰੀਏ। ਆਪਾਂ ਇਹ ਮੈਸੇਜ ਨਾ ਦਈਏ ਨੌਜਵਾਨਾਂ ਨੂੰ ਵੀ ਆਪਾਂ ਇਹਨਾਂ ਨਾਲ ਜਾ ਕੇ ਇਹਨਾਂ ਦੇ ਲੈਵਲ ਤੇ ਖੜ ਗਏ ਹਾਂ। ਮੈਂ ਮੰਨਦਾ ਗੰਦ ਨੂੰ ਸਾਫ਼ ਕਰਨ ਲਈ ਕਈ ਵਾਰ ਗੰਦੀਲਾ ਬਣਨਾ ਪੈਂਦਾ, ਕਈ ਵਾਰ ਇਹ ਗੰਦੇ ਅਨਸਰਾਂ ਨੂੰ ਬਾਹਰ ਕੱਢਣ ਲਈ ਕਈ ਵਾਰ ਗੰਦ ਦੇ ਵਿੱਚ ਆਪਾਂ ਨੂੰ ਆਪ ਛਾਲ ਮਾਰਨੀ ਪੈਂਦੀ। ਲੇਕਿਨ ਆ ਵਿਧਾਨ ਸਭਾ ਦਾ ਯਾਦ ਕਰੀਏ, ਆਪਾਂ ਇਹ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਲੋਕ ਆ। ਆਪਾਂ ਉਹ ਲੋਕ ਆ ਜਿਹਨੂੰ ਨੌਜਵਾਨ ਵੇਖ ਰਿਹਾ, ਜਿਹਨੂੰ ਫੋਲੋ ਕਰਦਾ। ਤੁਹਾਨੂੰ ਸਾਰਿਆਂ ਨੂੰ ਸੁਖਬੀਰ ਬਾਦਲ ਦੇ ਔਰ ਜਿਹੜਾ ਨੌਜਵਾਨ ਰਾਜੇ ਵੜਿੰਗ ਨੂੰ ਲੱਖਾਂ ਦੀ ਗਿਣਤੀ 'ਚ ਨੌਜਵਾਨ ਫੋਲੋ ਕਰਦਾ। ਲੇਕਿਨ ਅਗਰ ਸੁਖਬੀਰ ਜੀ ਇਹੋ ਜੀ ਆਪਾਂ ਭਾਸ਼ਾ ਉਪਯੋਗ ਕਰਾਂਗੇ ਤੇ ਕੱਲ ਨੂੰ ਨੌਜਵਾਨ ਵੀ ਤੁਹਾਨੂੰ ਆਪਣਾ ਲੀਡਰ ਸਮਝ ਕੇ ਇਹੀ ਭਾਸ਼ਾ ਦਾ ਉਪਯੋਗ ਕਰਨਗੇ ਔਰ ਥੱਲੜੇ ਲੈਵਲ ਤੇ ਲੜਾਈਆਂ ਹੋਣਗੀਆਂ। ਕਿਹੜੇ ਪਾਸੇ ਨੂੰ ਪੰਜਾਬ ਨੂੰ ਲੈ ਕੇ ਜਾਣਾ ਚਾਹੁੰਦੇ ਜੀ ਤੁਸੀਂ? ਕਿਹੜੇ ਪਾਸੇ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿੰਦੇ ਜੇ ਵੀ ਆਪਾਂ ਥਾਪੜਾ ਮਾਰੀਏ? ਉਲਟਾ ਅਗਰ ਹਿੰਮਤ ਹੁੰਦੀ ਤੇ ਜਾਂਦੇ ਆਪਣਾ ਕੀ ਕਹਿੰਦੇ ਦਰਿਆ ਦਿਲੀ ਵਿਖਾਉਂਦੇ ਔਰ ਰਾਜੇ ਵੜਿੰਗ ਨਾਲ ਗੱਲ ਕਰਦੇ। ਤੁਸੀਂ ਵੱਡੇ ਸੀ, ਸਤਿਕਾਰਯੋਗ ਸੀ, ਸਰਮਾਏਦਾਰ ਸੀ, ਸਰਦਾਰ ਸੀਗੇ। ਔਰ ਉਹ ਰਾਜਾ ਵੜਿੰਗ ਮੈਂ ਤਾਂ ਕਹੂੰਗਾ ਫੱਕਰ ਆਦਮੀ ਆ, ਜਿਹਨੂੰ ਰੱਬ ਦੀ ਮਿਹਰ ਪਈ, ਜਿਹੜਾ ਤੁਹਾਡੇ ਨਾਲ ਆਡਾ ਲਾਈ ਖੜਿਆ। ਔਰ ਮੈਂ ਇਸ ਕਰਕੇ ਗੱਲ ਕਰਦਾ, ਅੱਜ ਇਹ ਵੀ ਨਾ ਰਾਜੇ ਵੜਿੰਗ ਨੂੰ ਐ ਨਾ ਸਮਝਿਓ ਵੀ ਉਹਦਾ ਲੈਵਲ ਨਹੀਂ ਹੈਗਾ। ਤੁਹਾਡੇ ਉਲਟ ਇਲੈਕਸ਼ਨ ਲੜਿਆ, ਤੁਹਾਨੂੰ ਭਾਜਣਾ ਪਾਤੀਆਂ ਸੀਗੀਆਂ, ਬੁੱਲਾਂ ਤੇ ਸਿੱਕਰੀ ਆਈ ਪਈ ਸੀ ਤੁਹਾਡੇ ਉਸ ਇਲੈਕਸ਼ਨ ਦੇ ਵਿੱਚ। ਮਸਾਂ 18,000 ਵੋਟਾਂ ਤੋਂ ਨਿਕਲੇ ਜੇ। ਲੇਕਿਨ ਕਦਰ ਕਰਨੀ ਸਿੱਖੋ ਆਪਣੇ ਓਪੋਨੈਂਟਸ ਦੀ, ਕਦਰ ਕਰਨੀ ਸਿੱਖੋ, ਓਪੋਜੀਸ਼ਨ ਦੀ ਕਦਰ ਕਰਨੀ ਸਿੱਖੋ, ਆਪਣਾ ਕੀ ਕਹਿੰਦੇ ਆਪਣੇ ਵਿਰੋਧੀਆਂ ਦੀ। ਇਹ ਕੋਈ ਵਿਚਾਰਕ ਮਤਭੇਦਾਂ ਦੀ ਲੜਾਈ ਆ, ਇਹ ਕੋਈ ਜੱਦੀ ਪੁਸ਼ਤੀ ਦੁਸ਼ਮਣੀਆਂ ਨਹੀਂ ਚੱਲ ਰਹੀਆਂ। ਕਿਹੜੇ ਪਾਸੇ ਨੂੰ ਆਪਾਂ ਪੰਜਾਬ ਨੂੰ ਲੈ ਕੇ ਜਾਣਾ ਚਾਹੁੰਦੇ? ਮੈਂ ਤੁਹਾਡਾ ਮੇਰਾ ਲੈਵਲ ਨਹੀਂ ਆ ਵੀ ਮੈਂ ਤੁਹਾਨੂੰ ਨਸੀਹਤਾਂ ਦੇਵਾਂ, ਲੇਕਿਨ ਮੈਂ ਨੌਜਵਾਨਾਂ ਨੂੰ ਕਹਿੰਦਾ ਵਾਂ, ਮੈਂ ਨੌਜਵਾਨਾਂ ਨੂੰ ਕਹਿੰਦਾ ਆਪਾਂ ਇਹ ਲੀਡਰਾਂ ਵੱਲ ਵੇਖੀਏ ਜਰਾ। ਇਹ ਨਸੀਹਤਾਂ ਲੈਣਾ ਚਾਹੁੰਦੇ ਆਪਾਂ ਪੰਜਾਬ ਵਾਸਤੇ, ਇਹ ਮਸਲੇ ਆਪਾਂ ਦੇਖਣਾ ਚਾਹੁੰਦੇ ਆ ਵੀ ਆਪਾਂ ਲੜੋ ਲੜਾਈ ਹੋ ਰਹੀ ਆ, ਪਾਟੋ ਧੀਰ ਹੋ ਰਹੀ ਆ, ਪੱਟਾਂ ਤੇ ਥਾਪੀਆਂ ਵੱਜ ਰਹੀਆਂ, ਗੋਲੀਆਂ ਚੱਲ ਰਹੀਆਂ, ਤੇ ਫਿਰ ਕਸੂਰਵਾਰ ਤਾਂ ਆਪਾਂ ਨੌਜਵਾਨ ਹੋਏ ਨਾ, ਜਿਹੜੇ ਇਹਨਾਂ ਦੇ ਮਗਰ ਲੱਗ ਕੇ ਆਪਾਂ ਕੀ ਕਹਿੰਦੇ ਇਹੋ ਜਿਹੇ ਸੁਖਬੀਰ ਬਾਦਲ ਦੇ ਵਰਗੇ, ਮੈਂ ਸ਼ਬਦ ਨਹੀਂ ਯੂਜ਼ ਕਰਨਾ ਚਾਹੁੰਦਾ ਕਿਉਂਕਿ ਫਿਰ ਉਹੀ ਗੱਲ ਗਲਤ ਹੁੰਦੀ। ਉਹ ਵੱਡੇ ਵੀ ਆ ਔਰ ਅਹੁਦਿਆਂ 'ਚ ਵੀ ਵੱਡੇ ਆ ਔਰ ਵੈਸੇ ਵੀ ਆਪਣਾ ਇੱਕ ਪਾਰਟੀ ਦੇ ਹੈੱਡ ਆ, ਲੇਕਿਨ ਇਹ ਗੁੰਡਾਗਰਦੀ, ਇਹ ਬਦਮਾਸ਼ੀ, ਇਹ ਅਕਾਲੀ ਦਲ ਦੇ ਜਥੇਦਾਰਾਂ ਦੀ ਪਾਰਟੀ, ਜਿਹੜੇ ਆਪਣੇ ਆਪ ਨੂੰ ਪੰਥ ਦੀ ਪਾਰਟੀ ਕਹਿੰਦੀ ਆ, ਉਹ ਲਾਲ ਡਾਇਰੀਆਂ ਲਾਣਗੇ, ਉਹ ਧਮਕੀਆਂ ਦੇਣਗੇ। ਕਿਹਨਾਂ ਨੂੰ ਧਮਕੀਆਂ ਦੇ ਰਹੇ ਜੇ? ਕਾਂਗਰਸੀਆਂ ਨੂੰ। ਜ਼ੁਲਮ ਕਿਹੜਾ ਜ਼ੁਲਮ ਹੋ ਗਿਆ? ਜ਼ੁਲਮ ਕੀਤਾ ਤੁਸੀਂ 10 ਸਾਲ, ਟਿਕਟਾਂ ਕੱਟੀਆਂ ਤੁਸੀਂ। ਲਾਓ ਹਿਸਾਬ ਕਿਤਾਬ ਕਰ ਲਓ, ਕਿੱਥੇ ਤੱਕ ਕਾਗਜ਼ ਭਰਦੇ ਸੀ ਔਰ ਕਿੰਨੇ ਤੁਸੀਂ ਬੰਦੇ ਚੱਕਦੇ ਸੀ। ਅੱਜ ਜਦੋਂ ਤੁਹਾਡੇ ਨੂੰ ਅਗਲਾ ਵਰਕਰ ਪੈਂਦਾ ਵਾ, ਭਾਜਣਾ ਪੈਂਦੀਆਂ, ਤੇ ਫਿਰ ਤੁਹਾਨੂੰ ਯਾਦ ਆ ਜਾਂਦਾ ਕਾਨੂੰਨ ਵਿਵਸਥਾ। ਤੁਸੀਂ ਸਾਨੂੰ ਮੱਤਾਂ ਦਿੰਦੇ ਜੇ। ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ। ਮੈਂ ਇਸ ਕਰਕੇ ਬੇਨਤੀ ਕਰਦਾ, ਹੱਥ ਜੋੜ ਕੇ ਨੌਜਵਾਨਾਂ ਨੂੰ, ਇਹੋ ਜਿਹੇ ਲੀਡਰਾਂ ਮਗਰ ਨਾ ਲੱਗਿਆ ਕਰੋ। ਇਹੋ ਜਿਹੇ ਲੀਡਰਾਂ ਮਗਰ ਜਾ ਕੇ ਨਾਰੇ ਮਾਰ ਕੇ ਆਪਾਂ ਕਿਹੜੇ ਰਾਹ ਨੂੰ ਚੱਲਦੇ ਆ? ਅਗਰ ਇਸ ਰਾਹ ਦੇ ਉੱਤੇ ਪੰਜਾਬ ਚੱਲ ਪਿਆ ਔਰ ਇਸ ਤਰੀਕੇ ਦੀ ਵੰਡੀਆਂ ਪੈ ਗਈਆਂ, ਅੱਗੇ ਪਿੰਡਾਂ ਦੇ ਵਿੱਚ ਇਹੋ ਹੀ ਸਭ ਕੁਝ ਧੜੇ ਬੰਦੀਆਂ, ਗਰੁੱਪ ਬਾਜ਼ੀਆਂ, ਇਲੈਕਸ਼ਨਾਂ ਕਰਕੇ। ਇਲੈਕਸ਼ਨਾਂ ਮੁੱਦਿਆਂ ਦੀ ਲੜਾਈ ਆ, ਮੁੱਦਿਆਂ ਤੇ ਲੜੀਏ, ਗੱਲਾਂ ਬਾਤਾਂ ਨਾਲ ਲੜੀਏ, ਆਪਣਾ ਉਸ ਹਿਸਾਬ ਨਾਲ ਲੜੀਏ ਜਿਹਦੇ ਤੇ ਆਪਣਾ ਕੋਈ ਪੰਜਾਬ ਦੇ ਭਲੇ ਦੀ ਗੱਲ ਕਰੀਏ। ਇੱਕ ਦੂਜੇ ਤੇ ਦੂਸ਼ਿਤ ਬਿਆਨਬਾਜ਼ੀ ਕਰਨੀ ਔਰ ਇੱਕ ਦੂਜੇ ਨੂੰ ਜਾ ਕੇ ਭਾਜਣਾ ਪਾਣੀਆਂ, ਇਸ ਤਰੀਕੇ ਨਾਲ ਜਾ ਕੇ ਜਦੋਂ ਕਿਸਾਨਾਂ ਦਾ ਮੋਰਚਾ ਲੱਗਿਆ ਹੋਵੇ, ਕਿੰਨੀ ਕੁ ਵਾਰ ਖੜ ਗਿਆ ਸੁਖਬੀਰ ਬਾਦਲ ਕਿਸਾਨਾਂ ਦੇ ਨਾਲ ਜਾ ਕੇ ਡਟ ਕੇ? ਜਦੋਂ ਡਾਂਗਾ ਵਰੀਆਂ ਸੀ, ਸਾਰਾ ਕੁਝ ਵੜਿਆ ਸੀ, ਉੱਥੇ ਜਾ ਕੇ ਤਾਂ ਐਵੇਂ ਭਾਸ਼ਣ ਦਿੰਦਾ, ਦੇਵੇ ਮੋਦੀ ਨੂੰ ਇਹ ਬਿਆਨ ਵੀ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਹੱਥ ਲੱਗਾ ਤੇ ਤੇਰੀ ਲਾਲ ਡਾਇਰੀ ਤੇਰੇ ਤੇ ਪਰਚਾ ਦਰਜ ਕਰੂੰਗਾ। ਉਦੋਂ ਦਵੇ ਇਹੋ ਜਿਹਾ ਬਿਆਨ, ਉਦੋਂ ਕਰੇ ਇਹੋ ਜਿਹੀਆਂ ਗੱਲਾਂ। ਇਹ ਸਿਰਫ ਆਪਣਾ ਹੀ ਕਹਿੰਦੇ ਮਾੜਿਆਂ ਨੂੰ ਵੇਖ ਕੇ ਤੂੰ ਇਹ ਸੋਚਦਾ ਵੀ ਆਪਣਾ ਕੀ ਕਹਿੰਦੇ ਤੇਰੀ ਸਰਕਾਰ ਆ ਜੂਗੀ ਤਾਂ ਤੂੰ ਸਾਨੂੰ ਦਾਬੇ ਮਾਰ ਲੇਗਾ। ਸਰਕਾਰਾਂ ਤੋਂ ਕੋਈ ਡਰਦਾ ਡੁਰਦਾ ਨਹੀਂ। ਸਰਕਾਰਾਂ ਦੇ ਸਿਰ ਦੇ ਉੱਤੇ ਸਰਦਾਰੀਆਂ ਵੀ ਨਹੀਂ ਹੁੰਦੀਆਂ, ਸਰਕਾਰਾਂ ਦੇ ਸਿਰ ਦੇ ਉੱਤੇ ਬੰਦੇ ਵੀ ਨਹੀਂ ਖੜਦੇ। ਇਹ ਗੱਲਾਂ ਜਿਹੜੇ ਸਰਕਾਰਾਂ ਦੇ ਸਿਰ ਦੇ ਉੱਤੇ ਚੜ੍ਹਦੇ ਆ ਨਾ, ਜਿਹੜੇ ਸੋਚਦੇ ਆ ਜਦੋਂ ਸਰਕਾਰ ਆ ਜੂਗੀ ਉਦੋਂ ਕਰ ਲਾਂਗੇ, ਤੇ ਹੁਣ ਕਰ ਲਾ ਜੋ ਕਰਨਾ, ਕੌਣ ਰੋਕਦਾ? ਐਡਾ ਵੱਡਾ ਦਲੇਰ ਆ, ਐਡਾ ਵੱਡਾ ਮਰਦ ਆ, ਤੇ ਹੁਣ ਪੈ ਜਾ। ਐਡੀ ਕਾਹਦੀ ਸਰਕਾਰ ਦੀ ਦਲੇਰੀ ਵਿਖਾਉਂਦਾ? ਡੰਡਾ ਤੰਤਰ ਦੀ ਦਲੇਰੀ ਵਿਖਾਉਂਦਾ? ਪੁਲਿਸ ਦੇ ਸਿਰ ਤੇ ਉੱਤੇ ਆਪਣਾ ਕਹਿੰਦਾ ਬੜਕਾ ਮਾਰਦਾ? ਇਹ ਐਵੇਂ ਫਾਲਤੂ ਦੀ ਗੱਲਾਂ ਕਰਕੇ ਸਾਡਾ ਜਿਹੜਾ ਮਕਸਦ ਆ ਉਹਨੂੰ ਨਾ ਭਟਕਾਓ। ਮੈਂ ਬਹੁਤ ਤੁਹਾਡੇ ਤੋਂ ਛੋਟਾ, ਤੁਸੀਂ ਬੜੇ ਸਤਿਕਾਰਯੋਗ ਜੇ, ਲੇਕਿਨ ਅਗਰ ਇਹੋ ਜਿਹੀ ਬਿਆਨਬਾਜ਼ੀ ਔਰ ਇਹੋ ਜਿਹੀ ਦੂਸ਼ਿਤਬਾਜ਼ੀ, ਅੱਗੋਂ ਸਾਰਿਆਂ ਨੇ ਚੂੜੀਆਂ ਨਹੀਂ ਪਾਈਆਂ। ਇਹ ਪੰਜਾਬ ਆ, ਜਦੋਂ ਛੇੜੋਗੇ ਤਾਂ ਸਾਰੇ ਭੜਕਣਗੇ। ਲੇਕਿਨ ਅੱਜ ਇਸ ਕਰਕੇ ਬੋਲਣਾ ਪੈ ਰਿਹਾ ਵੀ ਇਹੋ ਜਿਹੇ ਟਾਈਮ ਦੇ ਵਿੱਚ ਆ ਵਿਧਾਨ ਸਭਾ, ਇਹ ਹਾਈ ਕੋਰਟ, ਇਹ ਜੁਡੀਸ਼ਰੀਆਂ, ਇਹਨਾਂ ਦੇ ਉੱਤੇ ਸਟੇਟ ਖੜੀ ਹੁੰਦੀ ਆ। ਔਰ ਇਹੋ ਜਿਹੇ ਲੀਡਰਾਂ ਦੇ ਮਗਰ ਆਪਾਂ ਨਾ ਲੱਗਿਆ ਕਰੀਏ, ਜਿਹੜੇ ਬਾਰ-ਬਾਰ ਮੁੱਦਿਆਂ ਨੂੰ ਛੱਡ ਕੇ ਆਪਸੀ ਵਰਕਰਾਂ ਨੂੰ, ਆਪਣੇ ਵਰਕਰਾਂ ਨੂੰ ਹੌਸਲਾ ਨਹੀਂ ਦੇ ਰਿਹਾ। ਉਹਨਾਂ ਨੂੰ ਇੱਕ ਗਲਤ ਫਹਿਮੀ ਦਾ ਸ਼ਿਕਾਰ ਬਣਾ ਰਿਹਾ ਵੀ ਚੱਕ ਦੋ ਫੱਟੇ, ਮੈਂ ਖੜਾ ਤੁਹਾਡੇ ਮਗਰ।
ਤਾਂ ਕਿ ਅਗਲਾ ਜਾ ਕੇ ਕਿਸੇ ਪੁੱਤ ਦੇ ਗੋਲੀ ਮਾਰ ਦੇ, ਅਗਲਾ ਕਿਸੇ ਦੇ ਜਾ ਕੇ ਸਿਰ 'ਚ ਡਾਂਗ ਮਾਰ ਦੇ। ਇਹ ਤੁਸੀਂ ਨਸੀਹਤਾਂ ਦੇ ਰਹੇ ਜੇ ਆਪਣੇ ਵਰਕਰਾਂ ਨੂੰ, ਇਹ ਤੁਸੀਂ ਆਪਣੇ ਯੂਥ ਵਾਲਿਆਂ ਨੂੰ ਵਰਕਰਾਂ ਦੇ ਨਸੀਹਤਾਂ ਦੇ ਰਹੇ ਜੇ, ਜਦ ਕਿ ਲੀਡਰ ਦਾ ਕੰਮ ਹੁੰਦਾ ਸ਼ਾਂਤੀ ਬਣਾਏ ਰੱਖਣਾ। ਅਗਰ ਵਰਕਰ ਦਾ ਜੋਸ਼ ਆ ਤੇ ਉਹਨੂੰ ਠੰਡਾ ਰੱਖਣਾ। ਕੀ ਗੱਲ ਵਰਕਰਾਂ ਨੂੰ ਭਰੋਸਾ ਨਹੀਂ ਹੁੰਦਾ ਜਦ ਤੁਸੀਂ ਜਾ ਕੇ ਨਾਲ ਖੜਦੇ ਜੇ ਮੈਂ ਆ ਗਿਆ ਆਪ ਕਾਗਜ਼ ਭਰਾਨ? ਕੀ ਗੱਲ ਵਰਕਰਾਂ ਨੂੰ ਤੁਸੀਂ ਨਾ ਆਓ ਤੇ ਤੁਹਾਡੇ ਤੇ ਭਰੋਸਾ ਨਹੀਂ? ਤੁਸੀਂ ਆਪਣੀ ਕਮਜ਼ੋਰੀ ਵਿਖਾ ਰਹੇ ਜੇ, ਤੁਸੀਂ ਆਪਣੀ ਜਿਹੜੀ ਇੱਕ ਮਾਨਸਿਕਤਾ ਵਿਖਾ ਰਹੇ ਜੇ। ਤੁਸੀਂ ਬਾਰ-ਬਾਰ ਜਿਹੜੀਆਂ ਗੱਲਾਂ ਕਰਦੇ ਜੇ ਨਾ ਸੁਖਬੀਰ ਜੀ, ਤੁਸੀਂ ਸੋਚੋ ਵਿਚਾਰੋ ਵੀ ਆਪਾਂ ਕਿਹੜੇ ਪਾਸੇ ਨੂੰ, ਤੁਸੀਂ ਨੌਜਵਾਨ ਨੂੰ ਪਹਿਲਾਂ ਨਸ਼ੇ 'ਚ ਧਕੇਲਿਆ, ਗੁੰਡਾਗਰਦੀ ਵੱਲ ਧਕੇਲਿਆ, ਹੁਣ ਤੁਸੀਂ ਆਪਣਾ ਸਾਰਾ ਵਰਕਰਾਂ ਨੂੰ ਇਸ ਚੀਜ਼ ਨਾਲ ਗੁੰਡਾਗਰਦੀ ਵੱਲ ਨੂੰ ਇੰਕਰੇਜ ਕਰ ਰਹੇ ਜੇ। ਤੁਸੀਂ ਇਹ ਕਹਿਣਾ ਚਾਹ ਰਹੇ ਜੇ ਵੀ ਪੰਜਾਬ ਦੇ ਵਿੱਚ ਜਾ ਕੇ ਪਾਟੋ ਧੀਰੋ ਜੋ ਲੜੋ ਭਿੜੋ ਮਰੋ ਡਾਂਗਾ ਖਾਓ ਵੋਟਾਂ ਪਿੱਛੇ। ਓ ਵਾਹ ਇਹੋ ਜੀ ਰਾਜਨੀਤੀ ਤੋਂ ਹੱਥ ਜੋੜੇ, ਇਹੋ ਜਿਹੇ ਸਦਕੇ ਜਾਈਏ ਤੁਹਾਡੀ ਰਾਜਨੀਤੀ ਤੋਂ। ਔਰ ਇਹ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਆ ਜਿਨ੍ਹਾਂ ਦੇ ਆਪਣੇ ਕਿਤੇ ਵੱਡੇ ਵੱਡੇ ਜਥੇਦਾਰ ਰਹੇ ਹੋਣ, ਜਿਨ੍ਹਾਂ ਨੇ ਪੰਥ ਦੀਆਂ ਲੜਾਈਆਂ ਲੜੀਆਂ ਹੋਣ। ਕਦੀ ਸੋਚ ਸਕਦੇ ਜੇ ਅਕਾਲੀ ਦਲ ਦੇ ਲੀਡਰਸ਼ਿਪ ਇਹੋ ਜਿਹੇ ਬਿਆਨ ਦਊਗੀ? ਕੈਂ ਪੱਟਾਂ ਤੇ ਥਾਪੀਆਂ ਮਾਰੀ ਜਾਂਦੇ, ਲਾਲ ਡਾਇਰੀਆਂ ਦੀ ਗੱਲਾਂ ਕਰਦੇ ਆ। ਕੁਛ ਸ਼ਰਮ ਕਰੋ, ਕੁਛ ਸ਼ਰਮ ਕਰੋ ਨੌਜਵਾਨਾਂ ਦੇ ਵਾਸਤੇ। ਕੁਛ ਮਾੜਾ ਮੋਟਾ ਸੋਚੋ ਵੀ ਉਹਨਾਂ ਨੂੰ ਆਹ ਰਾਹ ਵਿਖਾਉਂਦੇ ਆ ਵੀ ਤੁਸੀਂ ਲੜੋ ਭਿੜੋ ਮਰੋ, ਇਹ ਦੱਸਣ ਦੀ ਬਜਾਏ ਵੀ ਤੁਸੀਂ ਆਹ ਆਈਡੀਓਲੋਜੀ ਫੋਲੋ ਕਰੋ, ਆਹ ਸੋਚ ਤੇ ਚੱਲੋ। ਪਿੰਡਾਂ ਦੇ ਨੌਜਵਾਨ ਆ, ਜਿੰਨਾ ਕੁ ਸਾਨੂੰ ਵੀ ਪਤਾ ਵੀ ਕਿੰਨੀ ਕੁ ਪੜ੍ਹਾਈ ਲਿਖਾਈ ਹੁੰਦੀ ਉੱਥੇ, ਸਾਨੂੰ ਵੀ ਪਤਾ ਨੌਜਵਾਨਾਂ ਦੀ ਕੀ ਸੋਚ ਹੁੰਦੀ ਆ। ਪੰਜਾਬ ਅਗਰੈਸਿਵ ਸਟੇਟ ਆ, ਜੋਸ਼ੀਲੀ ਸਟੇਟ ਆ, ਲੇਕਿਨ ਆਹ ਮਤਲਬ ਨਹੀਂ ਆਪਾਂ ਉਹਨਾਂ ਦੇ ਜੋਸ਼ ਔਰ ਅਗਰੈਸ਼ਨ ਨੂੰ ਆਪਾਂ ਇੱਕ ਦੂਜੇ ਨਾਲ ਲੜਾ ਪੜਾ ਕੇ ਮਰ ਦੇਣਾ। ਫਿਰ ਮੋਦੀ 'ਚ ਔਰ ਤੁਹਾਡੇ 'ਚ ਕੀ ਫਰਕ ਰਹਿ ਗਿਆ? ਮੋਦੀ ਨੇ ਵੀ ਆਈ ਆਪਸ 'ਚ ਇੱਕ ਪੱਖ ਨੂੰ ਦੂਜੇ ਪੱਖ ਨਾਲ ਲੜਾ ਰਿਹਾ। ਇਸ ਕਰਕੇ ਬੇਨਤੀ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਦੀ ਸੋਚ ਤੇ ਵਾਰੇ ਜਾਂਦੇ ਹਾਂ, ਜਿਨ੍ਹਾਂ ਨੇ ਆਪਣਾ ਕਹਿੰਦੇ ਤੁਹਾਨੂੰ ਅੱਜ ਤੱਕ ਉਸ ਤਰੀਕੇ ਨਾਲ ਹੱਥ ਨਹੀਂ ਪਾਇਆ, ਜਦ ਕਿ ਸਾਰੇ ਪੰਜਾਬ ਮੰਗਦਾ ਵਾ, ਲੇਕਿਨ ਉਹ ਕਾਨੂੰਨ ਵਿਵਸਥਾ ਨੂੰ ਸਮਝਦੇ ਆ, ਉਹ ਕਾਨੂੰਨ ਨੂੰ ਸੋਚ ਰਹੇ ਆ। ਜਾਖੜ ਸਾਹਿਬ ਦੀ ਕਦੀ ਬਿਆਨਬਾਜ਼ੀ ਸੁਣ ਲਿਓ, ਕਦੀ ਤੁਹਾਡੇ ਪ੍ਰਤੀ ਬਿਲੋ ਦੀ ਬੈਲਟ ਨਹੀਂ ਜਾਂਦੇ, ਕਦੀ ਜਾ ਕੇ ਕਿਸੇ ਲੀਡਰਾਂ ਬਾਰੇ ਆ ਗਲਤ ਨਹੀਂ ਬੋਲਦੇ। ਲੇਕਿਨ ਤੁਸੀਂ ਰਾਜੇ ਵੜਿੰਗ ਵਰਗੇ ਆਪਣਾ MLA ਨੌਜਵਾਨ ਮੁੰਡਿਆਂ ਦੇ ਉਲਟ ਤੁਸੀਂ ਜਾ ਕੇ ਬਿਆਨਬਾਜ਼ੀਆਂ ਕਰਦੇ ਜੇ ਔਰ ਆਪਣੇ ਵਰਕਰਾਂ ਨੂੰ ਇਨਕਰੇਜ ਕਰਦੇ ਜੇ ਵੀ ਉਹਦਾ ਜਾ ਕੇ ਆਪਣਾ ਉਹਦੇ ਗਲਾਂ ਨੂੰ ਹੱਥ ਪਾ ਲਓ। ਨੌਜਵਾਨੋ ਸੋਚੋ, ਇਹ ਆ ਫਰਕ ਦੋ ਪਾਰਟੀਆਂ ਦੇ ਵਿੱਚ, ਇਹ ਆ ਫਰਕ ਸੋਚਾਂ ਦੇ ਵਿੱਚ। ਲੀਡਰਾਂ ਨੂੰ ਕੰਪੇਅਰ ਕਰੋ। ਇੱਕ ਪਾਸੇ ਸੁਖਬੀਰ ਬਾਦਲ ਜਿਹੜਾ ਸ਼ਰੇਆਮ ਲਲਕਾਰੇ ਮਾਰ ਰਿਹਾ, ਸ਼ਰੇਆਮ ਦਾਬੇ ਮਾਰ ਰਿਹਾ, ਔਰ ਉਹਨੂੰ ਜਾ ਕੇ ਆਪਾਂ ਮੁੱਖ ਮੰਤਰੀ ਪੰਜਾਬ ਦੀ ਕੁਰਸੀਆਂ ਤੇ ਬਿਠਾ ਦਈਏ। ਤੁਸੀਂ ਸੋਚੋ ਇਹਨਾਂ ਕੋਲ ਰਾਜ ਆ ਗਿਆ ਤੇ ਅਕਾਲੀਆਂ ਦਾ ਰਾਜ ਕਿਵੇਂ ਦਾ ਹੋਊਗਾ, ਕਿਵੇਂ ਇਹਨਾਂ ਦੇ ਵਰਕਰ ਤਸ਼ੱਦਦ ਕਰਨਗੇ। ਲੋਕ ਨਹੀਂ ਮਾੜੇ, ਅਕਾਲੀ ਦਲ ਦੇ ਲੋਕ ਨਹੀਂ ਮਾੜੇ ਆ ਇਹੋ ਜਿਹੇ ਲੀਡਰ ਜਿਹੜੇ ਉਹਨਾਂ ਨੂੰ ਗਲਤ ਭੜਕਾਉਂਦੇ ਆ, ਗਲਤ ਸ਼ਹਿਆਂ ਦਿੰਦੇ ਆ ਔਰ ਗਲਤ ਉਹਨਾਂ ਨੂੰ ਰਾਹਾਂ ਦੇ ਉੱਤੇ ਤੁਰਦੇ ਆ। ਅਸੀਂ ਵੀ ਬਹੁਤ ਕਈ ਵਾਰ ਬੜੇ ਭਾਵਕ ਹੋ ਕੇ ਗਲਤ ਬਿਆਨਬਾਜ਼ੀ ਕਰਦੇ, ਲੇਕਿਨ ਸਾਡੇ ਲੀਡਰ ਸਾਨੂੰ ਟੋਕਦੇ ਆ। ਇੱਕ ਸੋਚ ਦੇ ਮਾਲਕ ਆ, ਉਹ ਕਹਿੰਦੇ ਨਹੀਂ ਖਬਰਦਾਰ ਅਗਰ ਇਹੋ ਜਿਹੀ ਗੱਲ ਕੀਤੀ। ਲੇਕਿਨ ਆਹ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਨ੍ਹਾਂ ਨੇ ਨੌਜਵਾਨ ਮਗਰ ਲਾਏ ਹੋਏ ਆ। ਇਹਨਾਂ ਦੇ ਚੇਲੇ ਚਪਾਟੇ ਆ ਕੇ ਉਹ ਛੋਟੇ ਛੋਟੇ ਨਾਮ ਵਾਲੇ ਲੋਕ ਪਤਾ ਨਹੀਂ ਇਹ ਅਜੀਬ ਨਾਮ ਰੱਖਦੇ ਆ, ਔਰ ਆ ਕੇ ਇਹੋ ਜਿਹੇ ਲੀਡਰ ਇਹਨਾਂ ਦੇ ਸਲਾਹਕਾਰ ਆਲੇ ਦੁਆਲੇ ਸੁਖਬੀਰ ਬਾਦਲ ਦੇ ਜਿਹੜੇ ਆ ਕੇ ਕਹਿੰਦੇ ਸਰ ਚੱਕ ਦੋ। ਹੱਥ ਜੋੜ ਕੇ ਬੇਨਤੀ ਆ, ਪੰਜਾਬ ਨੂੰ ਅੱਗ ਵਿੱਚ ਨਾ ਧਕੇਲੋ, ਉਹ ਵੀ ਕਿਸਾਨੀ ਮੁੱਦੇ ਦੇ ਵਿੱਚ ਧਿਆਨ ਨਾ ਭਟਕਾਓ। ਆ ਲੜਾਈਆਂ ਪੜਾਈਆਂ ਗੁੰਡਾਗਰਦੀ ਬਦਮਾਸ਼ੀਆਂ ਨੂੰ ਬਖਸ਼ੋ ਔਰ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਾਹ ਪਾਓ। ਉਹਨਾਂ ਨੂੰ ਦੱਸੋ ਵੀ ਨੌਜਵਾਨੋ ਲਿਟਰੇਚਰ ਪੜ੍ਹੋ, ਹਿਸਟਰੀ ਪੜ੍ਹੋ, ਪੰਜਾਬ ਦਾ ਕਲਚਰ ਸਮਝੋ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ। ਤੁਸੀਂ ਲੀਡਰ ਹੋ ਸਾਰੇ, ਆਪਾਂ ਸਾਰੇ ਜਿਹੜੇ ਆਪਣੀ ਵਿੰਗ ਨੂੰ ਲੀਡ ਕਰਦੇ ਆ, ਸਾਰੇ ਸੋਚਣ ਵੀ ਅਸੀਂ ਬੋਲਣਾ ਕੀ ਆ, ਸਾਰੇ ਸੋਚਣ ਵੀ ਅਸੀਂ ਕਿਹੜੇ ਮੁੱਦਿਆਂ ਦੇ ਉੱਤੇ ਗੱਲ ਕਰਨੀ ਆ। ਕੀ ਆਪਾਂ ਗੁੰਡਾਗਰਦੀ ਔਰ ਬਦਮਾਸ਼ੀ ਦੀ ਗੱਲਾਂ ਕਰਨੀਆਂ? ਕੀ ਆਪਾਂ ਆਪਣਾ ਇੱਕ ਆ ਵਿਧਾਨ ਸਭਾ ਨੂੰ ਰਾਹ ਜਾਂਦਾ ਇਹੋ ਜਿਹੇ ਲੀਡਰ ਲਿਆਈਏ ਜਿਹੜੇ ਲਿਆ ਕੇ ਲਾਲ ਡਾਇਰੀਆਂ ਦੀ ਗੱਲਾਂ ਕਰਦੇ? ਇਹੋ ਜਿਹੇ ਲੀਡਰ ਲਿਆਈਏ ਜਿਹੜੇ ਗੁੰਡਾਗਰਦੀ ਔਰ ਬਦਮਾਸ਼ੀ ਪੁੱਤ ਮਰਵਾਉਣ ਦੀਆਂ ਗੱਲਾਂ ਕਰਦੇ? ਪਹਿਲਾਂ ਨਸ਼ਿਆਂ ਨਾਲ ਮਰਵਾਏ, ਹੁਣ ਤੁਸੀਂ ਲੜਾਈਆਂ ਪੜਾਈਆਂ ਨਾਲ ਮਰਵਾਉਂਦੇ ਹੋ। ਸੋ ਇਸ ਕਰਕੇ ਬੇਨਤੀ ਆ, ਔਰ ਰਾਜਾ ਵੜਿੰਗ ਜੀ ਤੁਹਾਨੂੰ ਸਲਾਮ ਆ, ਤੁਹਾਨੂੰ ਸਲੂਟ ਆ, ਜਿਸ ਤਰੀਕੇ ਨਾਲ ਤੁਸੀਂ ਡਟ ਕੇ ਇਸ ਗੰਦ ਦਾ ਮੁਕਾਬਲਾ ਕੀਤਾ। ਲੇਕਿਨ ਰੱਬ ਦਾ ਵਾਸਤਾ ਇਹਦੇ ਲੈਵਲ ਤੇ ਨਾ ਡਿੱਗੋ। ਤੁਸੀਂ ਦਲੇਰ ਪੁੱਤ ਹੋ, ਤੁਸੀਂ ਮੈਂ ਉਸ ਮਾਂ ਨੂੰ ਉਸ ਪਿਓ ਨੂੰ ਸਲਾਮ ਕਰਦਾ ਜਿਨੇ ਐਡਾ ਦਲੇਰ ਮੁੰਡਾ ਜੰਮਿਆ ਔਰ ਕੱਲਾ ਡਟਿਆ ਖਲੋਤਾ। ਮੈਂ ਤਾਂ ਇਹ ਕਹੂੰਗਾ ਸਾਡੀ ਪਾਰਟੀ ਵੱਲੋਂ ਵੀ ਸਾਰਿਆਂ ਨੂੰ ਖੜਨਾ ਚਾਹੀਦਾ ਉਹਦੇ ਮਗਰ ਔਰ ਡਟ ਕੇ ਉਹਦੀ ਮਦਦ ਕਰਨੀ ਚਾਹੀਦੀ ਆ, ਡਟ ਕੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਵਾ, ਵੱਡੀ ਲੀਡਰਸ਼ਿਪ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਵੀ ਕਿਸ ਤਰੀਕੇ ਨਾਲ ਉਹ ਬੰਦੇ ਨੇ ਕੱਲ ਗੱਜਿਆ ਔਰ ਕਿਸ ਤਰੀਕੇ ਨਾਲ ਉਹਨੂੰ ਭਾਜਣਾ ਪਈਆਂ, ਅੱਜ ਮਿਰਚਾਂ ਲੜੀਆਂ ਪਈਆਂ। ਕਦੀ ਜਾ ਕੇ ਆਵਲਾ ਸਾਹਿਬ ਦੇ ਉੱਥੇ ਬਦਮਾਸ਼ੀ ਕਰਨ ਲੱਗ ਪੈਂਦਾ, ਕਦੀ ਆਪਣਾ ਕਹਿੰਦਾ ਜਾ ਕੇ ਕਿਤੇ ਕਾਗਜ਼ ਭਰਾਉਣ ਲੱਗ ਪੈਂਦਾ ਔਰ ਦਬਕੇ ਮਾਰਨ ਲੱਗ ਪੈਂਦਾ ਲਾਲ ਡਾਇਰੀਆਂ ਤੇ। ਕਿਹੜੀ ਲਾਲ ਡਾਇਰੀ, ਕਿੰਨਾਂ ਨੇ ਵੇਖੀਆਂ ਲਾਲ ਡਾਇਰੀਆਂ? ਮੈਨੂੰ ਯਾਦ ਆ ਅੱਜ ਵੀ ਉਹ ਸਮਾਂ, ਅਸੀਂ ਯੂਨੀਵਰਸਿਟੀ 'ਚ ਇਹੋ ਜਿਹੇ ਭਾਸ਼ਣ ਦਿੰਦੇ ਸੀ, ਅਸੀਂ ਯੂਨੀਵਰਸਿਟੀ 'ਚ ਇਹੋ ਜਿਹੀਆਂ ਗੱਲਾਂ ਕਰਦੇ ਜਦੋਂ ਯੂਨੀਵਰਸਿਟੀ ਦੀ ਰਾਜਨੀਤੀ ਕਰਦੇ ਸੀ। ਹਾਂ ਤੈਨੂੰ ਦੇਖ ਲਾਂਗੇ, ਹਾਂ ਤੈਨੂੰ ਵਗ। ਅੱਜ ਸਤਰ ਜਿਹੜਾ ਵਾ ਰਾਜਨੀਤੀ ਦਾ ਯੂਨੀਵਰਸਿਟੀ ਲੈਵਲ ਤੇ ਲਿਆਤਾ ਇਹਨਾਂ ਨੇ। ਅੱਜ ਯੂਨੀਵਰਸਿਟੀ ਲੈਵਲ ਦੀ ਪੋਲਿਟਿਕਸ ਸਟੇਟ ਲੈਵਲ ਤੇ ਇਹ ਸਾਨੂੰ ਮਹਿਸੂਸ ਹੁੰਦਾ ਸੀ ਜਦੋਂ ਯੂਨੀਵਰਸਿਟੀ ਦੇ ਪ੍ਰਧਾਨ ਖੜੀਦਾ ਸੀ ਨਾ, ਉਦੋਂ ਐ ਲਕੀਰਾਂ ਖਿੱਚ ਦਿੰਦੀਆਂ ਸੀ, ਡਾਂਗਾ ਲੈ ਜਾਂਦੀਆਂ ਸੀਗੀਆਂ, ਉਦੋਂ ਲੜਾਈਆਂ ਪੜਾਈਆਂ ਹੁੰਦੀਆਂ ਸੀ। ਅੱਜ ਸਟੇਟ 'ਚ ਵੀ ਇਹੀ ਪੋਲਿਟਿਕਸ ਹੁੰਦੀ ਆ। ਫਿਰ ਤਾਂ ਅਸੀਂ ਉਹ ਯੂਨੀਵਰਸਿਟੀ 'ਚ ਚੰਗੇ ਸੀ,
ਫਿਰ ਤਾਂ ਉਹੀ ਅੱਜ ਸੋਚਦੇ ਸੀ ਵੀ ਸਟੇਟ ਦੀ ਪੋਲਿਟਿਕਸ ਮੁੱਦਿਆਂ ਤੇ ਹੋਊਗੀ, ਸਟੇਟ ਦੀ ਪੋਲਿਟਿਕਸ ਕੋਈ ਗੱਲਾਂ ਤੇ ਹੋਊਗੀ, ਕੋਈ ਸਟੇਟਸਮੈਨ ਹੋਣਗੇ, ਕੋਈ ਆਪਣਾ ਡਿਸਕਸ਼ਨਸ ਹੋਣਗੀਆਂ, ਕੋਈ ਡਿਬੇਟਸ ਹੋਣਗੇ। ਲੇਕਿਨ ਆਹ ਕਿਹੜੀ ਰਾਜਨੀਤੀ ਆ? ਸੁਖਬੀਰ ਬਾਦਲ ਸ਼ਰੇਆਮ ਤੁਰਿਆ ਫਿਰਦਾ 2-2 ਹਜ਼ਾਰ ਬੰਦਿਆਂ ਨਾਲ, ਫੌਜਾਂ ਦੇ ਨਾਲ, ਔਰ ਜਾ ਕੇ ਔਰ ਆਪਣਾ ਕਹਿੰਦੇ ਲਲਕਾਰੇ ਮਾਰਦਾ, ਦਬਕੇ ਮਾਰਦਾ। ਕਮੀ ਵਾਕਈ ਸਾਡੇ ਅੰਦਰ ਹੀ ਆ। ਸਾਡੀ ਆਪਣਾ ਕਹਿੰਦੇ ਅਸੀਂ ਅਪੀਲ ਕਰਾਂਗੇ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹੋ ਜਿਹੀ ਗੁੰਡਾਗਰਦੀ ਬੰਦ ਕਰਾਓ, ਔਰ ਇਹੋ ਜਿਹਾ ਮਾਹੌਲ ਖਰਾਬ ਕਰਨ ਵਾਲੇ ਲੋਕਾਂ ਨੂੰ ਤੁਸੀਂ ਇਹਨਾਂ ਨੂੰ ਆੜੇ ਹੱਥ ਲਓ, ਨਹੀਂ ਤਾਂ ਇਹਨਾਂ ਨੇ ਪੁੱਤ ਮਰਵਾ ਦੇਣੇ, ਇਹਨਾਂ ਨੇ ਵਰਕਰ ਮਰਵਾ ਦੇਣਾ, ਔਰ ਵਰਕਰ ਨੇ ਆਪਸ 'ਚ ਲੜੋ ਲੜਾਈ ਹੋਣਾ। ਇਹਨਾਂ ਨੇ ਫਿਰ ਆਪਸ 'ਚ ਇਕੱਠੇ ਬਹਿ ਕੇ ਕਿਤੇ ਨਾ ਕਿਤੇ ਚਾਹ ਜਾਂ ਆਪਣਾ ਕੀ ਕਹਿੰਦੇ ਉਹਨੂੰ ਬਿਲ ਕੇ ਇਹਨਾਂ ਨੇ ਫਿਰ ਕਿਤੇ ਨਾ ਕਿਤੇ ਕਿਸੇ ਮੁੱਦੇ ਦੇ ਉੱਤੇ ਆ ਕੇ ਆਪ ਮਾਫੀਆਂ ਮੰਗ ਕੇ ਇਹਨਾਂ ਨੇ ਪਤਾ ਨਹੀਂ ਕਿਹੜੇ ਪਾਸੇ ਨੂੰ ਤੁਰ ਪੈਣਾ। ਸੋ ਇਸ ਕਰਕੇ ਇਹਨਾਂ ਦੇ ਅੱਜ ਮੋਦੀ ਨਾਲ ਰਾਮ ਰੌਲੇ ਆ, ਕੱਲ੍ਹ ਨੂੰ ਇਹਨਾਂ ਦੀ ਮੋਦੀ ਨਾਲ ਜੱਫੀਆਂ ਪੈ ਜਾਣੀਆਂ। ਤੁਸੀਂ ਵੇਖੋ, ਮੈਂ ਫਿਰ ਵਰਕਰਾਂ ਨੂੰ ਅਪੀਲ ਕਰਦਾ, ਨੌਜਵਾਨਾਂ ਨੂੰ ਅਪੀਲ ਕਰਦਾ, ਐਵੇਂ ਨਾ ਇਹਨਾਂ ਦੇ ਮਗਰ ਲੱਗ ਜਿਓ, ਐਵੇਂ ਨਾ ਇਹਨਾਂ ਦੇ ਮਗਰ ਖਾ ਕੇ ਡਾਂਗਾ ਖਾਇਓ। ਇਹ ਲੜਾਈ ਕੋਈ ਡਾਂਗਾ ਸੋਟਿਆਂ ਦੀ ਲੜਾਈ ਨਹੀਂ ਆ, ਇਹ ਵੋਟਾਂ ਦੀ ਲੜਾਈ ਆ। ਇਹਨੂੰ ਵੋਟਾਂ ਦੀ ਲੜਾਈ ਰਹਿਣ ਦੀਏ। ਇਹੋ ਜੀ ਰਾਜਨੀਤੀ ਤੋਂ ਪਰਹੇਜ਼ ਕਰੀਏ, ਇਹੋ ਜਿਹੇ ਲੀਡਰਾਂ ਤੋਂ ਪਰਹੇਜ਼ ਕਰੀਏ। ਇਹਨਾਂ ਨੂੰ ਠੀਕ ਆ, ਤੁਹਾਡੀ ਮਜਬੂਰੀਆਂ ਹੋ ਸਕਦੀਆਂ, ਤੁਹਾਡੇ ਕਾਰੋਬਾਰ ਹੋ ਸਕਦੇ ਆ, ਤੁਹਾਡੇ ਤੇ ਕਿਸੇ ਨੇ ਕੰਮ ਕੀਤੇ ਹੋਣਗੇ, ਲੇਕਿਨ ਇਹੋ ਜਿਹੇ ਲੀਡਰ ਅਗਰ ਸਟੇਟ ਨੂੰ ਲੀਡ ਕਰਨਗੇ, ਪੰਜਾਬ ਦੀ ਨੂੰ ਅਗਰ ਸਟੇਟ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਇਹੋ ਜਿਹੇ ਲੀਡਰ, ਤੇ ਤੁਸੀਂ ਆਪ ਸੋਚ ਲਓ ਆਪਣਾ ਪੰਜਾਬ ਕਿਹੜੇ ਰਾਹ ਨੂੰ ਚੱਲੂਗਾ, ਪੰਜਾਬ ਕਿਹੜੇ ਆਪਣਾ ਮਸਲਿਆਂ ਦੇ ਉੱਤੇ ਗੱਲ ਕਰੂਗਾ, ਔਰ ਕਿਹੜੇ ਮੁੱਦਿਆਂ ਦੇ ਉੱਤੇ ਪੰਜਾਬ ਲੜਿਆ ਕਰੂਗਾ। ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਸੁਖਬੀਰ ਜੀ ਨੂੰ ਵੀ, ਸੁਖਬੀਰ ਜੀ ਜਾ ਕੇ ਕਿਸਾਨਾਂ ਨਾਲ ਖੜੋ, ਜਿੰਨੀ ਸ਼ਿੱਦਤ ਨਾਲ ਤੁਸੀਂ ਵਰਕਰਾਂ ਨਾਲ ਖੜ ਰਹੇ ਜੇ। ਵੋਟਰ ਉਹ ਵੀ ਤੁਹਾਡਾ ਹੀ ਆ, ਉਹ ਵੀ ਤੁਹਾਡਾ। ਉੱਥੇ ਜਾ ਕੇ ਮੋਦੀ ਸਾਹਿਬ ਨੂੰ ਮਾਰੋ ਇਹ ਲਲਕਾਰੇ, ਮੋਦੀ ਸਾਹਿਬ ਨੂੰ ਮਾਰੋ ਇਹ ਦਬਕੇ, ਮੋਦੀ ਸਾਹਿਬ ਨੂੰ ਕਹੋ ਵੀ ਹਾਂ ਤੇਰਾ ਲਾਲ ਡਾਇਰੀ 'ਚ ਨਾਮ ਲਿਖ ਲਿਆ, ਫਿਰ ਤਾਂ ਮੰਨੀਏ ਤੇਰੀ ਦਲੇਰੀ। ਰਾਜਾ ਵੜਿੰਗ ਨੂੰ ਕਾਹਦੇ ਦਬਕੇ ਮਾਰੀ ਜਾਂਦਾ? ਰਾਜਾ ਵੜਿੰਗ ਨੂੰ ਕਾਹਦੇ ਆਪਣਾ ਉਹ ਕਰੀ ਜਾਂਦਾ ਵੀ ਆਪਣਾ ਵੀ ਆਪਣਾ ਤੈਨੂੰ ਲਾਲ ਡਾਇਰੀ 'ਚ ਰੱਖ ਲਾਂਗੇ, ਉਹ ਰੱਖ ਲਾਂਗੇ। ਜਿੱਦਣ ਹੋਇਆ ਜਿਹੜੇ ਲਲਕਾਰੇ ਮਾਰਦੇ ਹੁੰਦੇ, ਜਿੱਦਣ ਕਰਨਾ ਹੁੰਦਾ ਉਹ ਕਹਿੰਦੇ ਨਹੀਂ ਹੁੰਦੇ। ਸੋ ਇਸ ਕਰਕੇ ਉਸ ਮਹੱਤਰ ਨੂੰ ਨਾ ਔਰ ਹੱਥ ਲਾ ਕੇ ਵੇਖ ਲਈ, ਉਹ ਵੀ ਜੱਟ ਦਾ ਪੋਤਾ। ਜੇ ਭਾਜਣਾ ਨਾ ਪਾਤੀਆਂ ਤੇ ਤਾਂ ਕਹਿਦੀ ਵਾਣ। ਉਹ ਕਹਿੰਦੇ ਭੱਜਦਿਆਂ ਨੂੰ ਵਾਣ, ਸਭ ਨੂੰ ਇੱਕ ਬਰਾਬਰ ਹੀ ਆ। ਸੋ ਭੱਜ ਲਓ ਜਿੰਨਾ ਜਿੱਧਰ ਭੱਜਣਾ, ਜਿੱਧਰ ਦਾ ਲੱਗਾ ਲਾ ਦਿਓ, ਲੇਕਿਨ ਇਹੋ ਜਿਹੇ ਲੀਡਰਾਂ ਤੋਂ ਬਚ ਜਾਓ। ਔਰ ਇਹੋ ਜਿਹੇ ਲੋਕਾਂ ਨੂੰ, ਨੌਜਵਾਨਾਂ ਨੂੰ ਅਪੀਲ ਕਰਦਾ ਵੀ ਰੱਬ ਦਾ ਵਾਸਤਾ, ਮੈਂ ਕੋਈ ਆਪਣਾ ਕੋਈ ਮੈਨੂੰ ਬਹੁਤਾ ਸ਼ੌਕ ਨਹੀਂ ਆਪਣਾ ਲੀਡਰਾਂ ਦੇ ਬਾਰੇ ਬੋਲਣ ਦਾ ਜਾਂ ਕਿਸੇ ਬਾਰੇ ਗੱਲ ਕਰਨ ਦਾ, ਲੇਕਿਨ ਜਦੋਂ ਨੌਜਵਾਨਾਂ ਨੂੰ ਮੈਨੂੰ ਮਹਿਸੂਸ ਹੁੰਦਾ, ਜਦੋਂ ਥੱਲੇ ਮੈਂ ਵੇਖਦਾ ਉਹ ਬੱਲੇ ਚੱਕ ਤੇ ਫੱਟੇ, ਇਹ ਕਰਤੇ ਫੱਟੇ, ਕਾਹਦੇ ਫੱਟੇ ਚੱਕ ਤੇ? ਕਿਸੇ ਦਾ ਪੁੱਤ ਮਰ ਜੂ ਜਿੱਦਣ ਆ ਫੁਕਰੀਆਂ ਦੇ ਨਾਲ, ਉਦੋਂ ਆਪਾਂ ਸਾਹ ਲਵਾਂਗੇ ਕਾਹਦੇ? ਔਰ ਕੀ ਮੁੱਲ ਆ ਇਸ ਵੋਟਾਂ ਦਾ? ਮਿਊਨਿਸਪਲ ਕਮੇਟੀ ਦੀ ਵੋਟਾਂ ਵਾ, ਇੱਕ ਮਿਊਨਿਸਪਲ ਕਾਰਪੋਰੇਸ਼ਨ ਬਣਨੀ ਆ, ਉਹਦੇ ਵਿੱਚ ਡੀ ਆਪੋ ਤਾੜ ਪਾਟੋ ਧੀਰ ਕਾਹਦੇ ਵਾਸਤੇ ਹੋਣਾ? ਉਹ ਵੀ ਇਹਨਾਂ ਦੇ ਸੁਖਬੀਰ ਬਾਦਲ ਦੇ ਵਰਗਿਆਂ ਦੇ ਮਗਰ ਲੱਗ ਕੇ, ਤਾਂ ਕਿ ਉਹ ਲੀਡਰੀ ਚਮਕਾ ਸਕੇ ਆਪਣੀ, ਔਰ ਇਸ ਵਿਧਾਨ ਸਭਾ 'ਚ ਆ ਕੇ ਮੁੱਖ ਮੰਤਰੀ ਬਣੇ, ਔਰ ਤਾਂ ਕਿ ਆਪਣੇ ਬਿਜ਼ਨਸ ਚਮਕਾਵੇ। ਸੋ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ, ਕਿਸੇ ਸੋਚ ਤੇ ਲੜੋ, ਕਿਸੇ ਉਸ ਸੋਚ ਤੇ ਪਹਿਰਾ ਦਿਓ, ਉਸ ਸੋਚ ਪਿੱਛੇ ਜਾਨ ਗਵਾਓ, ਤੇ ਤਾਂ ਵੀ ਉਹ ਕਿਸੇ ਮੁੱਦੇ ਦੀ ਗੱਲ ਕਰਦੀ ਆ। ਐਵੇਂ ਲੀਡਰਾਂ ਮਗਰ ਲੱਗ ਕੇ ਨਾ ਜਾਨ ਕਿਤੇ ਗਵਾ ਲਿਓ। ਇਹੀ ਮੈਨੂੰ ਤੁਹਾਡੀ ਅਪੀਲ ਆ, ਇਹੀ ਮੇਰੀ ਨੌਜਵਾਨਾਂ ਨੂੰ ਸਾਰਿਆਂ ਨੂੰ, ਭਾਵੇਂ ਯੂਥ ਅਕਾਲੀ ਦਲ ਹੋਵੇ, ਭਾਵੇਂ ਯੂਥ ਕਾਂਗਰਸ ਹੋਵੇ, ਭਾਵੇਂ ਆਮ ਆਦਮੀ ਦਾ ਯੂਥ ਹੋਵੇ, ਇਹਨਾਂ ਲੀਡਰਾਂ ਤੋਂ ਬਚੋ ਜਿਹੜੇ ਬਾਰ-ਬਾਰ ਤੁਹਾਨੂੰ ਆਪਸ 'ਚ ਕਹਿੰਦੇ ਡਾਂਗੋ ਡਾਂਗੀ ਹੋ ਜਾਓ ਤੇ ਮੈਂ ਐਂ ਸਾਂਭ ਲੂੰਗਾ, ਇਹੋ ਜਿਹੀਆਂ ਗਲਤ ਸ਼ਹਿਵਾਂ ਦਿੰਦੇ ਆ। ਠੀਕ ਆ, ਮੈਂ ਕੋਈ ਸਲਾਹਾਂ ਦੇਣ ਵਾਲਾ ਤੁਹਾਨੂੰ ਦੂਜੀ ਪਾਰਟੀਆਂ ਵਾਲਿਆਂ ਨੂੰ ਮੇਰਾ ਕੋਈ ਹਥਿਆਰ ਨਹੀਂ ਬਣਦਾ। ਐਵੇਂ ਤੁਸੀਂ ਮੇਰੇ ਤੇ ਵੀ ਭਾਵੇਂ ਜਿਹੜੇ ਮਰਜ਼ੀ ਇਲਜ਼ਾਮ ਲਾਓ, ਲੇਕਿਨ ਇਹ ਗੱਲਾਂ ਸੱਚੀਆਂ ਵਾ। ਆਪਣੇ ਬਹਿ ਕੇ ਸੋਚਿਓ 2 ਮਿੰਟ ਮਨ ਤੋਂ ਵੀ ਕੀ ਇਹ ਵਰਥ ਇਟ ਆ? ਕੀ ਇਹ ਲੋੜ ਹੈਗੀ ਆ ਇਹੋ ਜਿਹੀ ਬਿਆਨਬਾਜ਼ੀ ਦੀ, ਕਿਸਾਨ ਅੰਦੋਲਨ ਦੇ ਦਿੱਤੇ ਹੋਏ ਦੇਣ ਦੀ? ਜਦੋਂ ਪਾਰਲੀਮੈਂਟ 'ਚ ਡਿਬੇਟ ਹੋ ਰਹੇ ਹੋਣ ਤੇ ਵਰਕਰਾਂ ਦੇ ਕਿਸੇ ਦਾ ਕਾਗਜ਼ ਭਰਿਆ ਗਿਆ, ਕਿਸੇ ਦਾ ਰਿਜੈਕਟ ਹੋ ਗਿਆ, ਕਿਸੇ ਨੂੰ ਮਿਲ ਗਿਆ, ਕਿਸੇ ਨੂੰ ਕਰ ਗਿਆ। ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਸ ਟਾਈਮ ਮੌਕੇ ਦੇ ਉੱਤੇ ਉੱਥੇ ਖੜੇ। ਇਹ ਲੀਡਰਸ਼ਿਪ ਨਹੀਂ ਆ, ਇਹ ਕਮਜ਼ੋਰੀ ਆ। ਇਹ ਉਹਨਾਂ ਨੂੰ ਡਰ ਪੈ ਗਿਆ ਵੀ ਮੇਰਾ ਵਰਕਰ ਮੇਰੇ ਤੋਂ ਭੱਜ ਰਿਹਾ ਵਾ, ਕਿਉਂਕਿ ਸੋਚ ਦੀ ਲੜਾਈ ਨਹੀਂ ਆ। ਇਹ ਸਿਰਫ ਤੇ ਸਿਰਫ ਜਿਹੜਾ ਕੰਮ ਕਰਦੇ ਆ ਉਹਨੂੰ ਹੀ ਆਪਣਾ ਵਰਕਰ ਮੰਨਦੇ ਆ। ਕੋਈ ਸੋਚ ਨਹੀਂ, ਕੋਈ ਆਈਡੀਓਲੋਜੀ ਨਹੀਂ, ਕੋਈ ਉਹ ਗੱਲਾਂ ਬਾਤਾਂ ਨਹੀਂ। ਇਹ ਵਿਧਾਨ ਸਭਾ 'ਚ ਉਹੋ ਜਿਹੇ ਲੋਕ ਆਉਣੇ ਚਾਹੀਦੇ ਆ, ਇਹੋ ਜਿਹੇ ਲੋਕ ਜਿਨ੍ਹਾਂ ਦੀ ਕੋਈ ਸੋਚ ਹੋਵੇ। ਇਸ ਕਰਕੇ ਮੇਰੀ ਬੇਨਤੀ ਆ, ਇਹੋ ਜਿਹੇ ਲੋਕਾਂ ਤੋਂ ਬਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।